सतनाम करता पुरख निर्भव निर्वैर अकाल मूरत अर्जुनी सैभम गुर प्रसाद। तेरे कवन कवन गुण कह कहे गावा, तू साहिब गुणी निधाना। तुमरी महिमा वर्ण ना साकूं, तू ठाकुर ऊच भगवाना। सतनाम वाहिगुरु साहिब जियो। श्लोक महला दूजा। जिन्हा पहो तिन नाहे पहो, मुझ पहो निभविया। जिन्ना पहो तिन नाहे पहो, मुझ पहो निभविया। नानक एह पटंतरा तित दीवान गया। महला दूजा। तुरदे को तुरदा मिलै, उड़ते को उड़ता। जीवते को जीवता मिलै, मुए को मुआ। नानक सो सालाहिया, जिन कारण किया। पौड़ी। सच ध्यान से सच्चे, गुर शब्द विचारी। हऊँ मैं मार मन निर्मला, हर नाम उरधारी। कोठे मंडप माड़ियाँ, लग पए गवारी। जिनकी ये तिसह ना जाननी, मन मुख गुबारी। जिस बुझाए सो बुझसी, सचया क्या जंत विचारी। जिनकी ये तिसह ना जाननी, मन मुख गुबारी। जिस बुझाए सो बुझसी, सचया क्या जंत विचारी। वाहिगुरु जी का खालसा, वाहिगुरु जी की फतेह। जुगो जुगो टल तन तन गुरु ग्रंथ साहिब जी। गुरु पातशाह जी दी अपर अपार मेहरामत बख्शिश। शाम समय सत्संगत दे पल असीं माण रहे हाँ। आप घरां थावां तो गुरशब्द नाल अपनी सुरत नूं सरशार कर रहे हो, वडभागी हो। ये समा गुरबाणी व्याख्यान दा है, जिस विच सूही की वार महल तीजे की गुरु अमरदास साहब द्वारा उचरित की गई वार रचना सानू प्राप्त है। लगातारता नाल विचारदे होया असी 8 नंबर पौड़ी ते नाल लगदे
ਸ਼ਲੋਕਾਂ ਤੱਕ ਪਹੁੰਚੇ ਹਾਂ। ਆਪ ਜੀ ਨੇ ਇਸ ਪਾਵਨ ਪੈਕੇਜ ਵਿੱਚੋਂ, ਪੌੜੀ ਤੇ ਸ਼ਲੋਕਾਂ ਵਿੱਚੋਂ ਇੱਕ ਸ਼ਲੋਕ ਦਾ ਵਿਆਖਿਆਨ ਬੀਤੇ ਕੱਲ ਸਰਵਣ ਕੀਤਾ ਸੀ। ਅੱਜ ਅਗਲੇਰੇ ਸ਼ਲੋਕ ਅਤੇ ਪੌੜੀ ਦੀ ਵਿਵੇਚਨਾ ਜਿਵੇਂ ਟਾਈਮ ਸਾਨੂੰ ਅਲਾਓ ਕਰੇਗਾ ਅਸੀਂ ਕਰਾਂਗੇ। ਬਚਨ ਹੈ, ਮਹਲਾ ਦੂਜਾ, ਤੁਰਦੇ ਕੋ ਤੁਰਦਾ ਮਿਲੈ, ਉਡਤੇ ਕੋ ਉਡਤਾ, ਜੀਵਤੇ ਕੋ ਜੀਵਤਾ ਮਿਲੈ, ਮੂਏ ਕੋ ਮੁਆ, ਨਾਨਕ ਸੋ ਸਾਲਾਹੀ ਹੈ ਜਿਨ ਕਾਰਨ ਕੀਆ। ਇਹਦੇ ਵਿੱਚ 3 ਸਤਰਾਂ ਨੇ, ਪਰ ਇੱਕ ਜਿਹਨੂੰ ਕਹਿ ਲਓ ਕਿ ਗਾਗਰ ਵਿੱਚ ਸਾਗਰ ਉਕੇਰਿਆ ਗਿਆ। ਵੈਸੇ ਤੇ ਸ਼ਲੋਕ ਰੂਪ ਕਰਦਾ ਹੀ ਕੰਮ ਹੈ, ਪਰ ਬੜਾ ਸਪੈਸੀਫਿਕਲੀ ਬੜੇ ਵਾਸਟ ਫਿਲਾਸਫਿਕਲ ਲੈਵਲ ਦੀ ਬੜੀ ਦਾਰਸ਼ਨਿਕ ਪਰਿਪੇਖਤਾ ਦੇ ਵਿੱਚ ਭਰੀ ਹੋਈ ਬਾਤ, ਉਸ ਕਹਿ ਲਓ ਕਿ ਡਾਇਮੈਂਸ਼ਨਸ ਦੀਆਂ ਜਿਹੜੀਆਂ ਖਿਆਲਤਾਈਆਂ ਨੇ, ਜਿਹੜੀ ਇੱਕ ਥਾਟ ਬਿਲਡਿੰਗ ਹੈਗੀ ਹੈ, ਉਸ ਨੂੰ ਗੁਰੂ ਬਾਬਾ ਜੀ ਨੇ ਇਹਨਾਂ ਕੁਝ ਲਫ਼ਜ਼ਾਂ ਦੇ ਵਿੱਚ ਉਕੇਰਿਆ ਹੈ। ਇਸ ਬਾਬਤ ਮੈਂ ਪਹਿਲਾਂ ਇਹਦੇ ਇੱਕ ਸਰਲ ਮਤਲਬ ਸਤਹ ਤੇ ਬਾਤ ਕਰਦਾ ਹਾਂ, ਬਿਲਕੁਲ ਸਿੰਪਲ ਲੈਵਲ ਤੇ। ਉਹ ਹੈ ਕਿ ਬੰਦੇ ਦੀ ਜਿਹੋ ਜਿਹੀ ਅੰਦਰ ਸੋਚ ਹੈ, ਜਿਹੋ ਜਿਹਾ ਅੰਦਰ ਉਹਦੇ ਵਿਚਾਰਾਂ ਦਾ ਪ੍ਰਵਾਹ ਚੱਲ ਰਿਹਾ ਹੈ, ਉਸੇ ਕਿਸਮ ਦੀ ਬਾਹਰਲੀ ਦੁਨੀਆ ਉਸ ਨੂੰ ਮਿਲ ਜਾਏਗੀ, ਉਸ ਨੂੰ ਪ੍ਰਾਪਤ ਹੋ ਜਾਏਗੀ, ਜਾਂ ਇੰਝ ਕਹਿ ਲਓ ਕਿ ਉਹਨੂੰ ਦਿਸਣੀ ਸ਼ੁਰੂ ਹੋ ਜਾਏਗੀ, ਉਸ ਨੂੰ ਭਾਸਣੀ ਸ਼ੁਰੂ ਹੋ ਜਾਏਗੀ, ਉਸ ਨੂੰ ਉਸ ਤਰੀਕੇ ਦਾ ਹੀ ਸਭ ਕੁਝ ਨਜ਼ਰਿਆਬ ਹੋਣਾ ਸ਼ੁਰੂ ਹੋ ਜਾਏਗਾ, ਜਿਸ ਨੂੰ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ, ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਕਿਉਂਕਿ ਹਰ ਜਗ੍ਹਾ ਤੇ ਹਰ ਵਕਤ ਹਰ ਚੀਜ਼ ਮੌਜੂਦ ਹੈ। ਇੱਥੇ ਅਕਾਲ ਪੁਰਖ ਵਾਹਿਗੁਰੂ, ਉਹਦੀ ਹਸਤੀ, ਤੇ ਉਹਦੀ ਹਸਤੀ ਦੀ ਹਰ ਇੱਕ ਲੇਅਰ ਜੇ ਡੀਪ ਲੈਵਲ ਤੇ ਦੇਖੋਗੇ ਤੇ ਮਤਲਬ ਧੁੱਪ ਛਾਂ, ਦੁੱਖ ਸੁੱਖ, ਮਿਲਾਪ ਵਿਛੋੜਾ, ਫਿਰ ਅੱਗੇ ਗੁਣ ਔਗਣ ਦੇ ਪਰਿਪੇਖ ਵਿੱਚ, ਚੰਗਿਆਈ ਬੁਰਿਆਈ ਦੇ ਪਰਿਪੇਖ ਦੇ ਵਿੱਚ, ਪੁੰਨ ਪਾਪ ਦੇ ਪਰਿਪੇਖ ਦੇ ਵਿੱਚ, ਹਰ ਇੱਕ ਜਗ੍ਹਾ ਤੋਂ ਸਭ ਕੁਝ ਮੌਜੂਦ ਤੇ ਮੁਯੱਸਰ ਆ। ਕੁਝ ਸੇਮ ਸਿਚੁਏਸ਼ਨ 'ਚੋਂ ਲੋਕ ਪੁੰਨ ਚੁੱਕ ਲੈਂਦੇ, ਚੰਗਿਆਈ ਚੁੱਕ ਲੈਂਦੇ, ਗੁਣ ਚੁੱਕ ਲੈਂਦੇ। ਸੇਮ ਸਿਚੁਏਸ਼ਨ 'ਚ ਕੁਝ ਲੋਕ ਪਾਪ ਚੁੱਕ ਲੈਂਦੇ, ਔਗਣ ਚੁੱਕ ਲੈਂਦੇ, ਗੁਨਾਹ ਚੁੱਕ ਲੈਂਦੇ। ਇਹ ਚੀਜ਼ਾਂ ਚੱਲਦੀਆਂ। ਜੇ ਆਪਾਂ ਇਸ ਨਾਰਥ ਅਮਰੀਕਨ ਇਨਵਾਇਰਮੈਂਟ ਦੀ ਗੱਲ ਕਰੀਏ ਤੇ ਇੱਥੇ ਕੈਨੇਡੀਅਨ ਜਾਂ ਅਮਰੀਕਨ ਡ੍ਰੀਮ ਲੈ ਕੇ ਲੋਕੀ ਉਤਰਦੇ ਨੇ। ਇਮੀਗ੍ਰਾਂਟਸ ਦੀ ਕਮਿਊਨਿਟੀ ਹੈ ਸਾਰੀ, ਇੱਥੇ ਇਮੀਗ੍ਰਾਂਟਸ ਆ ਕੇ ਵਸੇ ਨੇ। ਹੁਣ ਇਹਦੇ ਅੰਦਰ ਇਹ ਹੈ ਕਿ ਜਨਰੇਸ਼ਨਸ ਜਿਵੇਂ ਅੱਗੇ ਚੱਲਦੀਆਂ, ਉਹਨਾਂ ਦੇ ਵਿੱਚ ਉਭਾਰ ਵੀ ਆਉਂਦਾ ਹੈ, ਉਹਨਾਂ 'ਚ ਨਿਘਾਰ ਵੀ ਆਉਂਦਾ ਹੈ। ਆਪਾਂ ਕੈਨੇਡਾ ਦੀ ਗੱਲ ਕਰੀਏ, ਇਹਦੇ ਵਿੱਚ ਪੋਲੀਟੀਕਲ ਸਿਸਟਮ ਵਿੱਚ ਦੇਖੋ ਤੁਸੀਂ, ਆਪਣੀ ਕਮਿਊਨਿਟੀ ਵਿੱਚੋਂ ਤੁਹਾਨੂੰ ਪੱਗਾਂ ਵਾਲੇ ਲੋਕ, ਸਿੱਖ ਬੈਕਗਰਾਊਂਡ ਦੇ ਵਿੱਚੋਂ, ਸਿੱਖ ਪਰਿਵਾਰਾਂ ਦੇ ਵਿੱਚੋਂ ਆਏ ਪੋਲੀਟੀਸ਼ੀਅਨਸ ਮਿਲ ਜਾਣਗੇ, ਮਿਨਿਸਟਰਸ ਮਿਲ ਜਾਣਗੇ। ਗਵਰਨਿੰਗ ਸਿਸਟਮ ਨੂੰ ਰਨ ਕਰਨ ਵਾਲੀ ਅਥਾਰਟੀਜ਼ ਦੇ ਵਿੱਚ ਉਹਨਾਂ ਦਾ ਰੋਲ ਮਿਲੇਗਾ ਤੁਹਾਨੂੰ ਜ਼ਾਹਰਾ ਤੌਰ 'ਤੇ। ਮਤਲਬ ਤੁਸੀਂ ਕਿਤੋਂ ਲੈ ਲਓ, ਉਹ ਸਭ ਚੀਜ਼ਾਂ ਦੇ ਵਿੱਚ ਤੁਹਾਨੂੰ ਪ੍ਰਾਪਤ ਹੋ ਜਾਏਗਾ। ਠੀਕ, ਪਰ ਇਹਦੇ ਨਾਲ ਹੀ ਜੇ ਆਪਾਂ ਬਲੈਕ ਸਾਈਡ ਆਫ ਦਿਸ ਸੋਸਾਇਟੀ ਦੇਖਦੇ ਹਾਂ, ਉਹਦੇ ਵਿੱਚ ਰੀਸੈਂਟਲੀ 2 ਗੈਂਗਸਟਰ ਵੈਨਕੂਵਰ ਦੇ 'ਚ ਮਾਰੇ ਗਏ ਨੇ। ਦੋਨੋਂ ਸਕੇ ਭਰਾ ਸੀਗੇ ਪੰਜਾਬੀ ਪਰਿਵਾਰਾਂ ਦੇ ਵਿੱਚੋਂ। CBC ਨੇ ਪੂਰੀ ਦੀ ਪੂਰੀ ਸਟੋਰੀ ਕਰੈਕ ਕੀਤੀ ਹੈ, ਜਿਸ 'ਚ ਉਹਨੇ ਮੇਨ ਮਤਲਬ ਜਿੰਨੇ ਵਾਂਟਿਡ ਗੈਂਗਸਟਰ ਦੱਸੇ ਨੇ, ਮਤਲਬ ਉਹ ਕ੍ਰਿਮੀਨਲ ਜਿਨ੍ਹਾਂ ਨੂੰ
ਜਿਨ੍ਹਾਂ ਕਾਨੂੰਨ ਨੂੰ ਜਿਨ੍ਹਾਂ ਦੀ ਲੋੜ ਹੈ ਉਹਨਾਂ ਦੇ ਵਿੱਚ ਵੱਡੀ ਨਫਰੀ ਵੱਡੀ ਗਿਣਤੀ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਦੀ ਹੈ, ਸਿੱਖ ਪਰਿਵਾਰਾਂ 'ਚੋਂ ਆ ਰਹੇ ਬੱਚਿਆਂ ਦੀ ਹੈ ਜਿਹੜੇ ਕਲੇਮ ਕਰਦੇ ਨੇ ਇਸ ਰੂਪ ਦੇ ਵਿੱਚ। ਸੋ ਇੱਥੇ ਹੈ ਕਿ ਪੋਜ਼ੀਟਿਵਿਟੀ ਵੀ ਹੈ, ਨੈਗੇਟਿਵਿਟੀ ਵੀ ਹੈ, ਗੁਣ ਵੀ ਹੈ, ਔਗਣ ਵੀ ਹੈ, ਚੰਗਿਆਈਆਂ ਵੀ ਨੇ, ਬੁਰਾਈਆਂ ਵੀ ਨੇ। ਇਹ ਸਭ ਰੂਪ ਇਸੇ ਸਮਾਜ ਦੇ ਵਿੱਚ ਜਿਸ ਨੂੰ ਅਸੀਂ ਕੈਨੇਡੀਅਨ ਨਾਰਥ ਅਮਰੀਕਨ ਸੁਸਾਇਟੀ ਕਹਿ ਰਹੇ ਹਾਂ, ਇੱਥੇ ਕਹਿੰਦੇ ਸਕਾਈ ਇਜ਼ ਦ ਲਿਮਿਟ। ਮਤਲਬ ਤੁਸੀਂ ਕਿਸੇ ਇੰਡਸਟਰੀ 'ਚ ਜਾਣਾ ਆ, ਤੁਸੀਂ ਸਪੋਜ਼ ਕਰੋ ਅਮੀਰੀ ਨੂੰ ਮੰਨਣਾ ਚਾਹੁੰਦੇ ਹੋ, ਕੋਈ ਰੋਕ ਟੋਕ ਨਹੀਂ, ਕੋਈ ਇਹੋ ਜਿਹੇ ਹਰਡਲਸ ਨਹੀਂ ਡਾਇਰੈਕਟਲੀ ਪਾਏ ਗਏ ਤੁਹਾਨੂੰ ਤੁਹਾਡੀ ਅਚੀਵਮੈਂਟਸ ਤੋਂ, ਤੁਹਾਡੀ ਸਕਸੈਸ ਤੋਂ ਕੋਈ ਰੋਕ ਸਕੇਗਾ ਤੁਹਾਨੂੰ, ਬਲਕਿ ਸਿਸਟਮ ਸਪੋਰਟ ਕਰੇਗਾ ਤੁਹਾਨੂੰ। ਤੁਸੀਂ ਕੰਮ ਕਾਰੋਬਾਰ ਕਰਨਾ ਆ, ਬੈਂਕਾਂ ਨੇ ਤੁਹਾਡਾ ਰੰਗ ਨਹੀਂ ਦੇਖਣਾ, ਤੁਹਾਨੂੰ ਲੋਨ ਵਗੈਰਾ ਦੇਣ ਲੱਗਿਆ, ਤੁਹਾਨੂੰ ਚੀਜ਼ਾਂ ਪ੍ਰੋਵਾਈਡ ਕਰਨ ਲੱਗਿਆ। ਤੁਸੀਂ ਕੋਈ ਕਿਸੇ ਚੀਜ਼ ਵਾਸਤੇ ਲਾਇਸੈਂਸ ਅਪਲਾਈ ਕਰਦੇ ਹੋ, ਉਹਦੇ ਵਾਸਤੇ ਇਹੋ ਜਿਹੇ ਡਾਇਰੈਕਟ ਹਰਡਲ ਨਹੀਂ ਮਿਲਣਗੇ, ਤੁਹਾਨੂੰ ਮਿਲ ਜਾਏਗਾ ਸਭ ਕੁਝ। ਪਰ ਇਹ ਵੀ ਹੈ ਇਸੇ ਸੁਸਾਇਟੀ ਦੇ ਵਿੱਚ ਇਹੋ ਜਿਹਾ ਐਲੀਮੈਂਟ ਵੀ ਮੌਜੂਦ ਆ ਜਿਹੜਾ ਇਸ ਲੈਵਲ 'ਤੇ ਵੀ ਲੋਕਾਂ ਨੂੰ ਆਪਣੀ ਜ਼ਿੰਦਗੀ ਦੀਆਂ ਰੁਚੀਆਂ ਮੁਤਾਬਕ ਚੀਜ਼ਾਂ ਪਰਸੂ ਕਰਨ ਵਾਸਤੇ ਹੈਲਪ ਕਰਦਾ ਆ ਕਿ ਉਹ ਇੱਕ ਮਤਲਬ ਬੜੇ ਹਾਈ ਪ੍ਰੋਫਾਈਲ ਕ੍ਰਿਮੀਨਲ ਦੇ ਰੂਪ ਦੇ ਵਿੱਚ ਆ ਜਾਂਦੇ ਸਾਹਮਣੇ, ਗੈਂਗਸਟਰ ਬਣ ਜਾਂਦੇ, ਵਾਂਟਡ ਹੁੰਦੇ ਲਾਅ ਐਨਫੋਰਸਮੈਂਟ ਵਾਲਿਆਂ ਨੂੰ, ਉਹਨਾਂ ਦੇ ਨਾਂ ਦੇ ਨਾਲ ਕ੍ਰਾਈਮ ਦੀ ਜਿਹੜੀ ਦੀ ਪੂਰੀ ਦੁਨੀਆ ਚੱਲਦੀ, ਇਹ ਵੀ ਚੀਜ਼ਾਂ ਮੌਜੂਦ ਨੇ। ਸੋ ਇਹ ਸਾਰਾ ਰੂਪ ਜਿਹੜਾ ਆ ਇਹ ਕੀ ਹੈ ਕਿ ਜਿਹੋ ਜਿਹਾ ਅੰਦਰ ਸੋਚ ਦਾ ਦਾਇਰਾ ਆ, ਜਿਹੋ ਜਿਹਾ ਮਾਈਂਡ ਸੈੱਟ ਆ, ਉਹੋ ਜਿਹੇ ਰਿਸੋਰਸਿਸ ਹਰ ਜਗ੍ਹਾ 'ਤੇ ਹਰ ਸਮੇਂ ਜਨਰੇਟ ਹੋ ਸਕਦੇ ਨੇ। ਉਹ ਭਾਵੇਂ ਕੈਨੇਡਾ ਹੈ, ਅਮਰੀਕਾ ਹੈ, ਭਾਵੇਂ ਪੰਜਾਬ ਦੀ ਫਿਜ਼ਾ ਹੈ, ਅਤੇ ਭਾਵੇਂ ਕੋਈ ਹੋਰ ਖਿੱਤਾ ਹੈ, ਜਿੱਥੇ ਮਰਜ਼ੀ ਆਪ ਚਲੇ ਜਾਓ। ਗੁਰੂ ਬਾਬਾ ਜੀ ਇਹ ਜਿਹੜਾ ਬਿਆਨ ਕਰ ਰਹੇ ਨੇ ਵੀ ਤੁਰਦੇ ਕੋ ਤੁਰਦਾ ਮਿਲੈ, ਉੜਤੇ ਕੋ ਉੜਤਾ। ਜਿਹੋ ਜਿਹਾ ਸਾਥ ਤੁਸੀਂ ਲੱਭਦੇ ਹੋ ਮਿਲ ਜਾਂਦਾ ਹੈ, ਜਿਸ ਸਾਥ ਦੇ ਤੁਸੀਂ ਕਾਬਲ ਹੁੰਦੇ ਹੋ ਉਹੋ ਜਿਹਾ ਸਾਥ ਤੁਸੀਂ ਕਿਸੇ ਨਾ ਕਿਸੇ ਢੰਗ ਦੇ ਨਾਲ ਉਸ ਨੂੰ ਉਹ ਤੱਕ ਪਹੁੰਚ ਕਰ ਲੈਂਦੇ ਹੋ, ਰਿਸਾਈ ਕਰ ਲੈਂਦੇ ਹੋ। ਇਹਨੂੰ ਹੁਣ ਥੋੜ੍ਹਾ ਨੈਰੋ ਡਾਊਨ ਕਰਾਂ, ਕਿਉਂਕਿ ਇੱਕ ਇਨ ਜਨਰਲ ਡਿਸਕਸ਼ਨ ਤੋਂ ਬਾਅਦ ਸਾਡੇ ਇੱਕ ਬੜੇ ਪਿਆਰੇ ਮਿੱਤਰ ਹੈਗੇ ਨੇ, ਸਾਈਕੋਲੋਜਿਸਟ ਨੇ, ਸਾਈਕੋਲੋਜੀ 'ਚ ਕੰਮ ਕਰਦੇ ਨੇ। ਉਹਨਾਂ ਦੇ ਕੋਲ ਉਹਨਾਂ ਦੇ ਫੈਮਿਲੀ 'ਚ ਇੱਕ ਬੱਚਾ ਆ, ਅਤੇ ਉਹ ਬੱਚਾ ਉਹਦੀਆਂ ਰੁਚੀਆਂ ਥੋੜ੍ਹੀਆਂ ਡਿਫਰੈਂਟ ਨੇ। ਤਾਂ ਆਮ ਕਰਕੇ ਹੁਣ ਇਹੋ ਜਿਹਾ ਜਿਹੜਾ ਪਰਿਵਾਰ ਹੈ, ਇੰਨਾ ਐਜੂਕੇਟਡ ਹੈ, ਸਾਈਕੋਲੋਜੀ 'ਚ ਕੰਮ ਕਰਦਾ ਬੰਦਾ, ਅਤੇ ਉਹੋ ਜਿਹੇ ਲੋਕਾਂ ਦੀ ਸਾਂਝ ਹੋਏਗੀ ਆਲੇ ਦੁਆਲੇ। ਤਾਂ ਬਾਈ ਚਾਂਸ ਕਿਤੇ ਇੱਕ ਵਾਰੀ ਕੀ ਹੋਇਆ ਕਿ ਉਹ ਕਿਸੇ ਪਰਿਵਾਰ ਵਿੱਚ ਮਿਲਣ ਨਹੀਂ ਗਏ, ਅਤੇ ਜਦੋਂ ਮਿਲਣ ਨਹੀਂ ਗਏ ਤਾਂ ਉਹਨਾਂ ਦੇ ਉਸੇ ਬੱਚੇ ਦਾ ਹਾਣੀ ਇੱਕ ਬੱਚਾ ਉਸ ਘਰ ਵਿੱਚ ਵੀ ਹੈ। ਅਤੇ ਜਾਂਦਿਆਂ ਨਾਲ ਜਦੋਂ ਇੱਕ ਦੂਜੇ ਨੂੰ ਮਿਲੇ ਤਾਂ ਆਮ ਕਰਕੇ ਉਹ ਕਿਸੇ ਨਾਲ ਬਹੁਤਾ ਮਿਕਸ ਨਹੀਂ ਸੀ ਹੁੰਦਾ, ਬੜਾ ਆਪਣਾ ਆਪ ਨੂੰ ਜਿਹੜਾ ਹੈਗਾ ਦੂਜਿਆਂ ਤੋਂ ਬੜਾ ਓਪਰਾ ਜਿਹਾ ਮਹਿਸੂਸ ਕਰਦਾ ਸੀਗਾ। ਨੈਵਰ ਐਵਰ ਟਰਾਈ ਟੂ ਸੋਸ਼ਲਾਈਜ਼ ਵਿਦ ਸਮਵਨ, ਬਟ ਦੈਟ ਡੇ ਉਹ ਕਹਿੰਦੇ ਕਿ ਇੱਕਦਮ ਗਿਆ, ਮਤਲਬ 20-25 ਸੈਕਿੰਡ ਲੱਗੇ ਹੋਣਗੇ, ਐਂਡ ਦੇ ਵਰ ਬੋਥ ਵੈਰੀ ਗੁੱਡ ਬਡੀਜ਼ ਐਂਡ ਦੇ ਵਰ ਪਲੇਇੰਗ ਟੂਗੈਦਰ ਐਂਡ ਆਲ ਥੀਸ ਥਿੰਗਸ। ਅਜੇ 10 ਮਿੰਟ ਦੀ ਗੱਲਬਾਤ ਹੋਈ ਤਾਂ ਫੈਮਿਲੀ ਦੇ ਵਰ bringing some sort of thoughts, some sort of actually discussions of this kid which they were having at their actually household. ਉਹ ਕਹਿੰਦੇ ਬੱਚੇ ਦੀ ਸਾਨੂੰ ਆਹ ਪ੍ਰੋਬਲਮ ਹੈ, ਆਹ ਇਸ਼ੂ ਹੈ, ਇਸ ਤਰੀਕੇ ਨਾਲ ਉਹ ਜਿਹੜੇ ਇਸ਼ੂ ਦੱਸਣੇ ਸ਼ੁਰੂ ਕੀਤੇ, ਜਿਹੜਾ ਬੱਚਾ ਨਾਲ ਲੈ ਕੇ ਆਏ ਸੀਗੇ ਉਹਦੇ ਨਾਲ ਬਿਲਕੁਲ ਮੈਚ ਕਰਦੇ ਨੇ। ਉਹ ਕਹਿੰਦੇ ਮੈਨੂੰ ਹਾਸਾ ਆਵੇ ਵੀ ਕਮਾਲ ਹੋ ਗਈ, ਜਦੋਂ ਆ ਕੇ ਇੱਥੇ ਮਿਲਿਆ ਆ, ਇਹਨੂੰ ਸਾਰਾ ਕੁਝ ਕਰ ਰਿਹਾ, ਅਤੇ ਮੇਰੇ ਜ਼ਹਿਨ 'ਚ ਉਦੋਂ ਹੀ ਚੱਲ ਰਿਹਾ ਵੀ ਲੈ ਭਾਈ ਇਹ ਹਾਣ ਨੂੰ ਹਾਣ ਮਿਲ ਗਿਆ ਲੱਗਦਾ ਹੈ, ਬਿਲਕੁਲ ਇਹਦੇ ਵਰਗੇ ਲੱਗਦਾ ਹੈ। ਐਗਜ਼ੈਕਟਲੀ ਉਹੀ ਡਿਸਕ੍ਰਿਪਸ਼ਨ ਨਿਕਲ ਕੇ ਆ ਰਹੀ ਹੈ। ਸੋ ਇਹ ਬਿਲਕੁਲ ਸਰਲ ਭਾਵ ਇਹ ਚੀਜ਼ਾਂ ਮਿਲ ਜਾਂਦੀਆਂ ਨੇ ਸਾਨੂੰ। ਅਸੀਂ ਸਮਾਜ ਦੇ ਵਿੱਚ ਤਬਦੀਲੀ ਚਾਹੁੰਦੇ ਹਾਂ, ਅਸੀਂ ਪਰਿਵਾਰ ਵਿੱਚ ਤਬਦੀਲੀ ਚਾਹੁੰਦੇ ਹਾਂ। ਹਕੀਕਤ ਇਹ ਹੈ ਆਪਣੇ ਆਪ ਵਿੱਚ ਤਬਦੀਲੀ ਲੋੜੀਂਦੀ ਹੈ।
ਜਿਹੋ ਜੇ ਪੰਜਾਬੀ ਦਾ ਅਸੀਂ ਈਡੀਅਮ ਪੜ੍ਹਦੇ ਹਾਂ, ਅਖਾਣ ਪੜ੍ਹਦੇ ਹਾਂ ਕਈ ਵਾਰੀ, ਜਿਹੋ ਜੇ ਅਸੀਂ ਆਪ ਉਹੋ ਜੇ ਸਾਡੇ ਸਾਖ। ਜਿੱਥੇ ਮੈਂ ਖੜਾ ਹਾਂ ਮੈਨੂੰ ਉਹੋ ਜਿਹੀ ਕਨੈਕਸ਼ਨ ਜਿਹੜਾ ਅਪੀਲ ਕਰੇਗਾ, ਉਸੇ ਜਗ੍ਹਾ 'ਤੇ ਮੈਂ ਕਨੈਕਟ ਹੋ ਜਾਵਾਂਗਾ ਜਾ ਕੇ। ਜੇ ਮੈਨੂੰ ਲੱਗਦਾ ਕਿ ਇਹ ਕਨੈਕਸ਼ਨ ਠੀਕ ਨਹੀਂ ਹੈਗੇ, ਇੱਕ ਰੰਗ ਹੋਰ ਲੈ ਲਓ ਨਾਲ ਇਹਦੇ। ਐਡਿਕਸ਼ਨ 'ਚ ਅਸੀਂ ਕੰਮ ਕਰਦੇ ਹਾਂ ਜ਼ਿਆਦਾਤਰ, ਰੀਹੈਬਲੀਟੇਸ਼ਨ ਜਿਹਨੂੰ ਕਹਿੰਦੇ ਹਾਂ ਅਸੀਂ। ਐਕਚੁਅਲੀ ਹੁੰਦਾ ਕੀ ਹੈ, ਬੰਦਾ ਕਹਿੰਦੇ ਨੇ ਕਿਸੇ ਆਦਤ ਵਿੱਚ ਹੈ, ਖਾਸ ਕਰਕੇ ਨਸ਼ਾ ਖਾਣ ਦੀ ਆਦਤ ਵਿੱਚ, ਉਹ ਇਕੱਲਾ ਨਹੀਂ ਗਾ, ਉਹਦੇ ਨਾਲ ਇੱਕ ਪੂਰਾ ਜਮਾਵੜਾ ਆ, ਇੱਕ ਇਨਵਾਇਰਮੈਂਟ ਹੈ, ਫਰੈਂਡ ਸਰਕਲ ਹੈ, ਸਾਥ ਹੈ, ਸੰਗੀ ਨੇ ਸਾਰੇ। ਤੁਸੀਂ ਉਸ ਨੂੰ ਬਚਾਉਣਾ ਚਾਹੁੰਦੇ ਹੋ ਇਕੱਲੇ ਨੂੰ, ਸਾਰੀ ਉਮਰ ਲੱਗੇ ਰਹੋ, ਨਹੀਂ ਬਚਾ ਸਕੋਗੇ। ਤੁਸੀਂ ਬਚਾਉਣਾ ਹੈ ਉਸ ਨੂੰ ਉਸ ਇਨਵਾਇਰਮੈਂਟ 'ਚੋਂ ਕੱਢੋ। ਉਹ ਸੰਗੀ, ਉਹ ਸਾਥੀ, ਉਹ ਸਾਰਾ ਜਿਹੜੇ ਉਹਦੇ ਖਾਸ ਕਰਕੇ ਫਰੈਂਡ ਸਰਕਲ ਆ, ਜਿੰਨੀ ਦੇਰ ਤੱਕ ਉਹ ਨਹੀਂ ਬਦਲਦਾ ਤੇ ਉਹ ਕਿਵੇਂ ਬਦਲੋਗੇ? ਫੋਰਸਫੁਲੀ ਬਦਲ ਸਕਦੇ ਹੋ, ਉਹਨੂੰ ਰਿਹੈਬ ਭੇਜ ਦੇਵੋ, ਉਸ ਤਰੀਕੇ ਦੀ ਗੱਲ ਕਰ ਲਓ। ਕਿੰਨੇ ਦਿਨ? 20 ਦਿਨ, 25 ਦਿਨ, 30 ਦਿਨ, ਮਹੀਨਾ, 6 ਮਹੀਨੇ। ਐਕਚੁਅਲ ਲੈਵਲ ਤੇ ਜਦੋਂ ਤੱਕ ਉਹਦਾ ਸੋਚ ਦਾ ਲੈਵਲ ਨਹੀਂ ਬਦਲਦਾ, ਉਹੋ ਜਿਹੇ ਲੋਕ ਉਹਨੂੰ ਅਪੀਲ ਹੀ ਨਹੀਂ ਕਰਨਗੇ। ਉਸ ਨੂੰ ਅਪੀਲ ਹੀ ਉਹ ਕਰਨਗੇ ਜਿਹੜੇ ਉਹਦੀ ਸੋਚ ਦੇ ਉਸ ਵੈਲੀ ਪੁਣੇ ਦੇ ਨੇੜੇ ਰਹਿਣ ਵਾਲੇ ਲੋਕ ਨੇ। ਬੰਦੇ ਦੀ ਤਬਦੀਲੀ ਅੰਦਰੋਂ ਹੋਏਗੀ, ਆਲੇ ਦੁਆਲੇ ਦਾ ਸਰਕਲ ਆਪਣੇ ਆਪ ਬਦਲਣਾ ਸ਼ੁਰੂ ਹੋ ਜਾਏਗਾ। ਇਹਦੇ ਉੱਤੇ ਅਸੀਂ ਜਿਹੜਾ ਹੈਗਾ ਥੋੜ੍ਹਾ ਧਿਆਨ ਦੇਣ ਵਾਸਤੇ ਯਤਨ ਕਰੀਏ। ਹੁਣ ਆ ਜੀ ਸਪਿਰਿਚੁਅਲ ਸਾਈਡ 'ਤੇ ਸੰਗਤ ਦੀ ਗੱਲ ਬਾਣੀ ਨੇ ਵਾਰ-ਵਾਰ ਕੀਤੀ ਹੈ, ਕਿਉਂਕਿ ਇਹ ਸੰਗ ਹੀ ਹੈ ਜਿਹੜਾ ਬੁਰਾ ਆ ਭਲਾ ਬੰਦੇ ਨੂੰ ਬਣਾਉਂਦਾ ਆ। ਮਹਾਰਾਜ ਜੀ ਨੇ ਬਾਣੀ 'ਚ ਬਚਨ ਕਿਹਾ, ਬੰਦੇ ਕਈ ਵਾਰ ਐਸਾ ਹੁੰਦਾ ਹੈ, ਅਸੀਂ ਕਿਸੇ ਨੂੰ ਸਾਥੀ ਸੰਗੀ ਮਿਥਨ ਲੱਗਿਆ ਬੜੀ ਕਾਹਲ ਕਰਦੇ ਆ। ਬਾਬਾ ਜੀ ਕਹਿੰਦੇ ਕਾਹਲੀ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਮਸਲਾ ਕਿਸੇ ਨੂੰ ਮਿੱਤਰ, ਕਿਸੇ ਨੂੰ ਸਾਥੀ, ਕਿਸੇ ਨੂੰ ਦੋਸਤ ਕਹਿਣ ਦਾ ਨਹੀਂ ਗਾ। ਇਹ ਮਸਲਾ ਹੈ ਤੁਹਾਡੇ ਸਮੁੱਚੀ ਲਾਈਫ ਦੀ ਡਾਇਰੈਕਸ਼ਨ ਸੈੱਟ ਕਰਨ ਦਾ। ਜਿਹੋ ਜਿਹਾ ਸੰਗ ਸਾਥ ਹੋਏਗਾ, ਉਹੋ ਜਿਹਾ ਤੁਸੀਂ ਬਣ ਜਾਓਗੇ ਉਸ ਰੂਪ ਦੇ ਵਿੱਚ। ਇਸ ਕਰਕੇ ਕੁਝ ਆਪਣੀ ਵੀ, ਜਿਹਨੂੰ ਕਹਿ ਲਓ ਕਿ ਇੰਟਰਨਲ ਲੈਵਲ 'ਤੇ ਆਤਮ ਉਸਾਰੀ ਵੀ ਕਰੋ। ਪਹਿਲਾਂ ਬਚਨ ਅਸੀਂ ਪੜ੍ਹੀਏ, ਮਹਾਰਾਜ ਬਿਆਨ ਕਰਦੇ, ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ। ਹਰਨਾਖੀ ਦਸ਼ਾ ਹੁੰਦੀ ਹੈ ਜਿਵੇਂ ਅਰਲੀ ਟੀਨ ਏਜ ਹੁੰਦੀ। ਇਹ ਉਹ ਏਜ ਹੈ ਜਦੋਂ ਹਾਰਮੋਨਸ ਚੇਂਜ ਹੋਣ ਲੱਗਦੇ ਨੇ ਅਤੇ ਇੱਕਦਮ ਜਿਹੜਾ ਉਹ ਹਿਊਮਨ ਬੀਇੰਗ ਆ, ਉਹਦੇ 'ਚ ਇੱਕ ਰੁਚੀ ਪੈਦਾ ਹੁੰਦੀ ਹੈ, ਇੱਕ ਖਾਸ ਤਰ੍ਹਾਂ ਦਾ ਇੰਟਰਸਟ ਉਹਦੇ ਜਨਰੇਟ ਹੁੰਦਾ ਆ ਕਿ ਉਹ ਆਲੇ ਦੁਆਲੇ ਨੂੰ ਐਕਸਪਲੋਰ ਵੀ ਕਰਨਾ ਚਾਹੁੰਦਾ ਹੈ ਅਤੇ ਨਾਲ ਦੀ ਨਾਲ ਕਿਸੇ ਨੂੰ ਆਪਣਾ ਬਣਾਉਣਾ ਚਾਹੁੰਦਾ ਅਤੇ ਕਿਸੇ ਦਾ ਹੋ ਜਾਣਾ ਚਾਹੁੰਦਾ। ਇਹ ਹਰਨਾਖੀ ਦਸ਼ਾ ਆ। ਇਹ ਦਸ਼ਾ ਕਈ ਵਾਰੀ ਉਸ ਦੀ ਅਕਲ ਵਾਲੇ ਪਾਸੇ ਨੂੰ ਬੜਾ ਬਲਾਈਂਡ ਕਰ ਦਿੰਦੀ ਹੈ, ਜਾਂ ਇੰਝ ਕਹਿ ਲਓ, ਇਸ ਨੂੰ ਕਹਿੰਦੇ ਨੇ ਕਿ ਇਹ ਉਹ ਟਾਈਮ ਹੈ ਜਦੋਂ ਬਲਾਈਂਡ ਸਪੋਰਟ ਵਿੱਚ ਬੰਦਾ ਬਹੁਤ ਜਲਦੀ ਗੱਡੀ ਮੂਵ ਕਰਦਾ ਸੱਜੇ ਖੱਬੇ। ਜੇ ਬਾਏ ਚਾਂਸ ਉੱਥੇ ਕੁਝ ਵਹੀਕਲ, ਕੋਈ ਇਹੋ ਜਿਹਾ ਆਬਜੈਕਟ ਨਹੀਂ ਹੈਗਾ ਤਾਂ ਉਹ ਚੱਲ ਜਾਂਦਾ। ਜੇ ਕਿਤੇ ਕੁਝ ਹੋਏ ਫਿਰ ਬਹੁਤ ਵੱਡੇ ਲੈਵਲ 'ਤੇ ਇਹੀ ਉਹ ਲਾਈਫ ਆ ਜਦੋਂ ਬੰਦਾ ਆਪਣੇ ਆਪ ਨੂੰ ਕਿਸੇ ਵੱਡੇ ਟਰਬਲ ਦੇ ਵਿੱਚ ਪਾ ਲੈਂਦਾ ਆ। ਇੱਥੋਂ ਫਿਰ ਉਹਦੇ ਜਿਹੜਾ ਲਾਈਫ ਟਾਈਮ ਕਈ ਵਾਰੀ ਇਸ਼ੂਜ਼ ਜਿਹੜੇ ਨੇ ਸ਼ੁਰੂ ਹੋ ਜਾਂਦੇ ਨੇ। ਸੋ ਇਸ ਕਰਕੇ ਬਾਬਾ ਜੀ ਨੇ ਬਿਆਨ ਕੀਤਾ, ਸੁਣ ਮੁੰਦੇ ਹਰਨਾਖੀਏ। ਅਤੇ ਇਹ ਹਰਨਾਖੀ ਦਸ਼ਾ ਏਜ ਦੇ ਟਾਈਮ ਦੇ ਉੱਤੇ ਚਲੋ ਇੱਕ ਵਾਰੀ ਆਈ ਉਸ ਥੋੜ੍ਹੇ ਜਿਹੇ ਸਮੇਂ ਲਈ, ਪਰ ਜਦੋਂ ਸੰਸਾਰ ਵਿੱਚ ਅਸੀਂ ਵਿਚਰਦੇ ਹਾਂ, ਸਾਡੇ ਅੰਦਰ ਇੱਕ ਕਾਲਾਪਨ ਟਾਈਮ ਟੂ ਟਾਈਮ ਆਉਂਦਾ ਰਹਿੰਦਾ ਆ। ਜਿਵੇਂ ਮੂਡ ਸਵਿੰਗ ਕਰਦਾ ਹੈ ਬੰਦੇ ਦਾ, ਬੰਦਾ ਇੱਕਦਮ ਕਿਸੇ ਖਾਸ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਜਾਂਦਾ ਹੈ, ਕਿਸੇ ਖਾਸ ਸਪਿਰਿਚੁਅਲ ਸਾਈਡ ਦੇ ਉੱਤੇ ਬਹੁਤ ਵੱਡੇ ਲੈਵਲ 'ਤੇ। ਜਿਵੇਂ ਤੁਸੀਂ ਪੰਜਾਬ ਦੀ ਫਿਜ਼ਾਂ ਦੇ ਵਿੱਚ ਜਾਂ ਪੂਰੀ ਦੁਨੀਆ 'ਚ ਹੀ, ਵੈਸੇ ਪਰ ਮੈਂ ਸਪੈਸੀਫਿਕਲੀ ਜੇ ਪੰਜਾਬ ਦੀ ਗੱਲ ਕਰਾਂ ਪਰਟੀਕੂਲਰਲੀ, ਅਤੇ ਉਹਦੇ ਤੁਸੀਂ ਦੇਖੋਗੇ ਕਿ ਡੇਰਾਵਾਦ, ਸੈਕਟਿਜ਼ਮ ਕਿੰਨਾ ਵੱਡੇ ਲੈਵਲ 'ਤੇ ਫੈਲਿਆ ਆ। ਇਹ ਕੌਣ ਲੋਕ ਨੇ ਜਿਹੜੇ ਇੱਕਦਮ ਕਿਸੇ ਚੀਜ਼ ਤੋਂ ਪ੍ਰਭਾਵਿਤ ਹੁੰਦੇ, ਬਸ ਉਹਦੇ ਗਾਹਕ ਬਣ ਜਾਂਦੇ, ਉਹਦੇ ਨਾਲ ਐਸੋਸੀਏਟ ਹੋ ਜਾਂਦੇ। ਫਿਰ ਇਹ ਵੀ ਨਹੀਂ ਵੇਖਦੇ ਠੀਕ ਹੈ, ਗਲਤ ਹੈ, ਚੰਗਾ ਆ, ਮਾੜਾ ਆ, ਬਸ ਫਿਰ ਉਹਦੀ ਐਸੋਸੀਏਸ਼ਨ ਦੇ ਵਿੱਚ ਹੀ ਤੁਰੇ ਰਹਿੰਦੇ ਉਸ ਰੂਪ ਦੇ ਵਿੱਚ। ਇਸ ਕਰਕੇ ਬਾਬਾ ਜੀ ਕਹਿੰਦੇ, ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ। ਪਹਿਲਾਂ ਵਸਤ ਸਿੰਜਾਣ ਕੈ। ਜਦੋਂ ਕਿਸੇ ਚੀਜ਼ ਦਾ ਕੁਝ ਖਰੀਦਦਾਰੀ ਕਰਨੀ ਹੋਏ ਨਾ, ਪਹਿਲਾਂ ਐਟਲੀਸਟ
थोड़ी बहुती लोग कहते शॉप अराउंड करो, थोड़ा बहुता चैक करो, अवैलूएट करो चीज़ों को, कितों आले दुआले तो पता करो कि जिन्ना अमाउंट मैं दे वास्ते पे करन लगा वां, इज इट वर्थ टू पे। थोड़ा अपना होमवर्क करो प्रॉपरली। क्या पहला वस्त सिंजान कहता कीचै व्यापार, फिर व्यापार करी, फिर व्यापारी बनी। एवें ना किसी दे मगर तुर पई, एवें ना किसी का गाहक बन जाए, एवें ना किसी का संगी बन जाए। ईवन दोस्ती मित्रताई इन्हां मुल्कां दे ते खास करके जिवें जीवन साथी की भी गल आउंदी है भाई, ये इस बाबत बड़े डीप लैवल ते अपने आप नूं देख, सोच, इहदे च लॉन्ग टर्म विच सोच के देख। मैं तो प्री मैरिटल काउंसलिंग करदा बच्चों की, तो आप हैरान होवोगे, पूरी की पूरी जिवें स्क्रिप्ट लिखी होंदी है एवें लिखिया सारा कुछ। सेम क्वेश्चन किसी ने पूछा, ओहो जिहा जवाब 99% हर एक कपल दे रहा, सेम तरह का। जे मैं सरल भाव में बयान करा, कई बार मैं उन्होंने पूछता हाँ, ओके सो यू गाइज आर प्लानिंग टू गेट मैरिड, यस, कैन आई आस्क यू वाई डू यू वांट टू गेट मैरिड? 99.9% आंसर ये होएगा, जस्ट वी आर डूइंग इट, वी डोंट नो। भाई ये तो कोई जवाब नहीं ना। विआह करा रहे हो, पढ़े लिखे हो, समाज च रहिंदे हो, कुछ तो सोचिया होएगा। बहुत हार्डली कोई जोर लाएगा तो फिर 95% ये लोग इस तरीके ना कह देंगे कई बारी, वी लाइक ईच अदर, व्हाट, वी लाइक अ लॉट ऑफ थिंग्स इन सोसाइटी, डू वी गेट मैरिड टू देम? नो। इसका मतलब ये है सानू कुछ होर समझण दी भी लोड़ है। फिर इस अगे जो होर सवालात किए जान तो ये हुंदा है, पुछदा है ओके अज तो 10 साल बाद जिंदगी कैसी होएगी तुहाडी दोवां दी, सोचो। हुण इत्थों तक तो सोचिया ही नहीं हुंदा बंदे ने कई बारी। फॉरगेट अबाउट 10 years, लेट्स कम ऑन 5 years। फिर कई बारी बंदा इधरों उधरों चीज़ां ओढ़दा आ, फिर कई बार मैं लिटरली तौर पर पुछदा, तुसीं इहदे बारे पहलां गल कीती है? 90% आंसर मिलता है नो। इसका मतलब दूरदृष्टा नहीं है, जस्ट एक इंस्टेंट अट्रैक्शन, एक इंस्टेंट जिहड़ी हैगी है कोई सांझ विचों चीज़ां जनरेट होनियां शुरू हो गई। जिन्नी देर तक बंदा गूढ़ा वैन अपार, बड़ी एक गहीर गल नहीं समझदा कि भाई गुरु साहब ने बाणी च बचन कहा, महाराज कहते मैं जानिया वडहंस तां मैं किया संग। कई बारी सोचिया ये ना वडहंस आ, हंस बहुत सुपीरियर बर्ड एक लिटरेचर च मन्निया गया है, तो हंसां दे विच वडहंस ते बहुत सुपीरियर हो गया। मतलब गुरमुख रूह, बड़ी उचेरे जीवन वाली हस्ती, बड़ा एक आला शख्स, बड़ी एक आला शख्सियत। बंदा कई बार ये सोच के किसी दे नाल सोचता भी हाँ ये मेरे वास्ते भला होएगा। वी आर ऑल मीन, माफी चाहंग इंक्लूडिंग मी, वी आर ऑल एक्चुअली वेरी सेल्फिश। वी वांट सम सॉर्ट ऑफ, असी अपना बेनीफिट लभदे हैं, असी अपना इंटरस्ट फुलफिल करना चाहुंदे हैं। सानू ये नहीं पता हुंदा असी अपने दात ते दूजा अपने दात है। दैन जिहड़ा ये सैल्फ इंटरस्ट फुलफिलमेंट करने की गल आ, ये बंदे नूं खूह जा सकती है, क्योंकि एक्सपैक्टेशनस कदी मीट नहीं करनगियां। अज दी मुहब्बत, अज दा प्यार, अज दा जिहड़ा ये खलूस आ, कल दी दुश्मनी लड़ाई नफरत च कन्वर्ट होएगा, क्योंकि मिसमैच हो रहा सारा। इस करके बाबा जी ने बयान किया, किते इस भुलेखे च नहीं है, किसी भरम च तो नहीं गा। मैं जानिया वडहंस है तां मैं किया संग, जे जाना बग बापुड़ा। हंस ते बगुला इक्को जे दिसदे ने, जे पता हुंदा वो नहीं नहीं हंस वर्गा ते भुलेखा पै रहा, असली तो बगला आ, तां जन्म ना देन दी अंग। जीवन भर इस चीज नूं बिल्कुल अंग ना लाउंदी, भाव इस इहदे ते नेड़े भी ना लंघदा मैं। ये चीज़ जिहड़ी है
ਇਸ ਤੋਂ ਪਹਿਲਾਂ ਕਿ ਤੁਸੀਂ ਕੋਈ ਐਸੋਸੀਏਸ਼ਨ ਬਿਲਡ ਕਰੋ, ਤੁਸੀਂ ਕੋਈ ਆਪਣੇ ਇਮੋਸ਼ਨਸ ਦੀ ਇਨਵੈਸਟਮੈਂਟ ਕਰੋ। ਸਭ ਤੋਂ ਵੱਡੀ ਇਨਵੈਸਟਮੈਂਟ ਹੁੰਦੀ ਬੰਦੇ ਦੀ, ਜਿੱਥੇ ਬੰਦਾ ਇਮੋਸ਼ਨਸ ਇਨਵੈਸਟ ਕਰ ਲੈਂਦਾ ਆਪਣੇ। ਫੋਰਗੇਟ ਅਬਾਊਟ ਬੰਦਿਆਂ ਬਾਰੇ, ਮਨੁੱਖਾਂ ਬਾਰੇ, ਰਿਸ਼ਤਿਆਂ ਬਾਰੇ, ਦੋਸਤਾਂ ਬਾਰੇ, ਆਲੇ ਦੁਆਲੇ ਬਾਰੇ, ਪਰਿਵਾਰ ਬਾਰੇ। ਸੁਪਨੇ ਸਾਡੇ, ਡ੍ਰੀਮਸ, ਅਸੀਂ ਕਈ ਵਾਰੀ ਬਹੁਤ ਨੋਨ ਰੀਅਲਿਸਟਿਕ, ਅਨਰੀਅਲਿਸਟਿਕ ਚੀਜ਼ਾਂ ਜਿਹੜੀਆਂ ਨੇ ਉਹਨਾਂ 'ਚ ਇਮੋਸ਼ਨਸ ਪਾ ਲੈਂਦੇ ਹਾਂ, ਮੁੜ ਕੇ ਤੰਗ ਹੁੰਦੇ ਹਾਂ। ਮੈਨੂੰ ਯਾਦ ਹੈ, ਫॉर एग्जांपल ਮੈਂ ਯੂਕੇ ਤੋਂ ਦੇਣਾ ਇੱਕ, ਮੈਂ ਉੱਥੇ ਕਾਫੀ ਸਾਲ ਪਹਿਲਾਂ ਦੀ ਗੱਲ ਹੈ ਗਿਆ, ਅਤੇ ਇੱਕ ਬੱਚਾ ਲੈ ਕੇ ਆਈ ਫੈਮਿਲੀ ਮੇਰੇ ਕੋਲ, ਅਤੇ ਉਹ ਕਹਿੰਦੇ ਜੀ ਬਹੁਤ ਪਿਆਰਾ ਪਰਿਵਾਰ ਮੈਂ ਕਹਾਂਗਾ, ਪੇਰੈਂਟਸ both were professional, they were doing really good, kid was also very good, but somehow he had a dream. The dream was, I want to become a player, international player, ਕਿਸੇ ਖਾਸ ਸਪੋਰਟਸ ਦੇ ਵਿੱਚ। ਠੀਕ ਹੈ ਜੀ, ਓਕੇ। ਮੈਂ ਉਹਨਾਂ ਨੇ ਆ ਕੇ ਦੱਸਿਆ, ਹਾਂ ਇਸ਼ੂ ਹੈ ਭਾਈ ਸਾਹਿਬ, ਅਤੇ ਅਸੀਂ ਇਸ ਨੂੰ ਸਮਝਾ ਰਹੇ ਹਾਂ, ਸਮਝ ਨਹੀਂ ਰਿਹਾ। ਇਹ ਸਾਰੀ ਗੱਲਬਾਤ ਇਸ ਤਰੀਕੇ ਨਾਲ ਹੋਈ। ਠੀਕ ਆ, ਹੁਣ ਮਾਂ ਬਾਪ ਸੀਗੇ, ਉਹਨਾਂ ਨੇ ਆਪਣੇ ਤਰੀਕੇ ਨਾਲ ਗੱਲ ਕੀਤੀ ਹੋਏਗੀ। ਬੱਚਾ ਬੈਠਾ ਹੈ, ਲਿਟਰਰੀ ਤੌਰ 'ਤੇ ਪਹਿਲੀ ਵਾਰੀ ਮੁਲਾਕਾਤ ਹੋਈ ਹੈ, ਅਤੇ ਮੈਂ ਉਸ ਨੂੰ ਬੱਚੇ ਨੂੰ ਕਿਹਾ, ਇੱਕ ਪੇਪਰ ਅਤੇ ਪੈਨ ਮੰਗਾਇਆ, ਅਤੇ ਮੈਂ ਉਹਨੂੰ ਕੁਛ ਸਿੰਪਲ ਗੱਲਾਂ ਕਹੀਆਂ। ਮੈਂ ਕਿਹਾ ਦੇ ਆਨਸਰ ਮੈਨੂੰ ਚਾਹੀਦੇ ਨੇ। ਉਹ ਕਹਿੰਦੇ ਦੱਸੋ। ਮੈਂ ਕਿਹਾ ਵੀ ਸਪੋਜ਼ ਮੈਨੂੰ ਹੀਬਰੂ ਨਹੀਂ ਆਉਂਦੀ ਜਾਂ ਲੈਟਿਨ ਨਹੀਂ ਆਉਂਦੀ ਬਿਲਕੁਲ ਵੀ, ਆਈ ਡੋਂਟ ਨੋ ਐਕਚੁਅਲੀ ਇਹ ਲੈਟਿਨ ਲੈਂਗੁਏਜ ਕੀ ਹੈਗੀ ਕੀ ਨਹੀਂ, ਬਟ ਆਈ ਵਾਂਟ ਟੂ ਬੀ professor in this language, or I want to be actually scholar in this language. So can you make a map for me? How can I be actually professor or scholar in this language? उसने स्मार्ट लड़का है, जवान है, काफ़ी मतलब इन्ना मिडल टीन चो लंघ रहा है। वो कहता कि ठीक है, उन्हें बनाया बेसिक सीखने ने, आ करना इस तरीके नाल बस वो सारा बनाया उन्हें। मैं क्या ठीक है, मैं उस पेपर उस सामने में घुमाया, मैं कहा बिल्कुल स्पोर्ट्स में आ जाने, इन्हें चों केड़ी केड़ी चीज़ तू कर ली है। उन्हें बेसिक्स से टिक लाया, 2-4 ते होर लगाया। मैं कहा ठीक है, तेरी एज के बच्चे इस समय इसे स्पोर्ट्स के इंटरनेशनल जूनियर कप खेड रहे हैं। वेयर डू यू थिंक योर सेल्फ? मैंने पता है बच्चे ने शौक लगा एकदम, क्योंकि दैट वाज ए very bold and very, you can say, clean, real statement or truthful statement. He wasn't ready for that. It was a shock for him. But what can we do? मैं कहा बच्चे जिसने इस लेवल ते जाना आ, वो 8 ਤੋਂ 10 घंटे ग्राउंड 'ਚ ਰਹਿੰਦਾ ਆ। ਤੂੰ ਕਿੰਨੇ ਘੰਟੇ ਰਹਿਣਾ? ਉਹ ਕਹਿੰਦੇ ਜੀ ਰਫਲੀ ਘੰਟਾ ਜਾਂ 1.5 ਘੰਟਾ ਹੋਏਗਾ, ਬੜੀ ਮੁਸ਼ਕਲ ਦੇ ਨਾਲ, ਉਹ ਵੀ ਵੀਕਲੀ। ਮੈਂ ਕਿਹਾ ਬੱਚੇ ਆਪਾਂ ਟਾਈਮ ਇਨਵੈਸਟ ਨਹੀਂ ਕਰ ਰਹੇ, ਐਨਰਜੀ ਇਨਵੈਸਟ ਨਹੀਂ ਕਰ ਰਹੇ, ਰਿਸੋਰਸਿਸ ਸਾਨੂੰ ਦਿਸ ਨਹੀਂ ਰਹੇ। ਕੈਲੀਬਰ ਇੱਕ ਡਿਫਰੈਂਟ ਲੈਵਲ ਦੀ ਚੀਜ਼ ਹੈ ਜਿਹੜੀ ਕਈ ਵਾਰੀ ਗਿਫਟ ਹੁੰਦੀ ਹੈ, ਉਹ ਕਿਤੇ ਨੇੜੇ ਤੇੜੇ ਨਹੀਂ ਹੈਗਾ। ਇਮੋਸ਼ਨਸ ਕਰਕੇ ਇੰਨੀ ਇਨਵੈਸਟਮੈਂਟ ਕਰੀ ਜਾ ਰਹੇ ਹਾਂ, ਅਲਟੀਮੇਟਲੀ ਕੀ ਹੋਏਗਾ? ਫੇਲੀਅਰ। ਇਹ ਮਾਂ ਬਾਪ ਕਮਲੇ ਥੋੜ੍ਹਾ ਨੇ, ਪੜ੍ਹੇ ਲਿਖੇ ਨੇ, ਪ੍ਰੋਫੈਸ਼ਨਲ ਨੇ, ਇਹ ਮੇਰੇ ਕੋਲ ਲੈ ਕੇ ਆ ਰਹੇ ਨੇ, ਇੱਥੇ ਅਸੀਂ ਬੈਠ ਕੇ ਗੱਲ ਕਰ ਰਹੇ ਹਾਂ। ਵਾਈ? ਬਿਕੋਜ਼ ਦੇ ਡੋਂਟ ਵਾਂਟ ਟੂ ਸੀ ਯੂ ਐਜ਼ ਏ failure person, as a person who is not able to actually succeed in his life. No, that is not their dream. ਹੁਣ ਆਪਾਂ ਸੋਚਣਾ ਆ ਕਿ ਜਦੋਂ ਇਸ ਸਾਰੇ ਨੂੰ ਆਪਾਂ ਅਚੀਵ ਹੀ ਨਹੀਂ ਕਰ ਸਕਦੇ, ਆਪਾਂ ਇੰਨੀ ਇਮੋਸ਼ਨਲ ਇਨਵੈਸਟਮੈਂਟ ਕਿਉਂ ਕਰੀਏ ਇਹਦੇ ਵਿੱਚ? ਇਹ ਚੀਜ਼ ਹੈ ਸਚਿਆਰ ਹੋਣ ਦੀ, ਇਹ ਬਿਲਕੁਲ ਸਿੱਧੀ ਪਰਪਾਟੀ ਹੈ। ਇਹ ਸੱਚ ਦੇ ਨੇੜੇ ਰਹਿਣ ਦੀ ਗੱਲ ਹੈ, ਸੱਚ ਦੀ ਗੱਲ ਹੋਏਗੀ ਵਾਰ-ਵਾਰ ਇਹਨਾਂ ਸ਼ਬਦਾਂ ਦੇ ਵਿੱਚ। ਸਾਹਿਬ ਕਹਿੰਦੇ, ਗੁਰੂ ਮਹਾਰਾਜ ਗੁਰੂ ਅੰਗਦ ਸਾਹਿਬ ਬਿਆਨ ਕਰਦੇ, ਭਾਈ
ਜਿਸ ਪਾਸੇ ਜਾਣਾ ਆ ਉਹਨਾਂ ਚੀਜ਼ਾਂ ਨੂੰ ਐਕਸਪਲੋਰ ਕਰੋ। ਜਿਵੇਂ ਅਸੀਂ ਪੰਜਾਬੀ 'ਚ ਕਹਿੰਦੇ ਆ, ਜਿਹੜੇ ਪਿੰਡ ਨਹੀਂ ਜਾਣਾ ਉਹਦਾ ਰਾਹ ਹੀ ਕਿਉਂ ਪੁੱਛਣਾ ਭਾਈ। ਜਦੋਂ ਆਪਾਂ ਨੇ ਸਪੋਜ਼ ਕਰੋ ਕਿਸੇ ਨੇ ਕੈਨੇਡੀਅਨ ਸੋਸਾਇਟੀ 'ਚ ਆ ਕੇ ਕਦੀ ਡਰਿੰਕ ਨਹੀਂ ਬਾਏ ਕਰਨੀ, ਕਦੀ ਕੋਈ ਅਲਕੋਹਲ ਇਨਟੇਕ ਨਹੀਂ ਕਰਨਾ, ਸਾਰਾ ਕੁਝ, ਤੇ ਉਹ ਘਰ ਲੈਣ ਲੱਗਾ, ਤੇ ਉਹ ਘਰ ਲੈਣ ਲੱਗਿਆ ਰੀਅਲ estate ਏਜੰਟ ਨੂੰ ਜਾਂ ਜੋ ਕੋਈ ਹੋਰ ਕੋਈ ਜਿਹੜਾ ਹੈਗਾ ਸਟੇਟ ਏਜੰਟ ਹੈ ਉਹਨੂੰ ਇਹ ਪੁੱਛਦਾ ਹੈ ਕਿਸ ਘਰ ਤੋਂ LCBO ਕਿੰਨੀ ਦੂਰ ਹੈ ਭਾਈ। ਬਸ ਜਾਂਦੀ LCBO ਨੂੰ ਸਿੱਧੀ। ਪੁਆਇੰਟ ਕੀ ਹੈ ਭਾਈ, ਜਦੋਂ ਤੂੰ ਇਸ ਚੀਜ਼ ਦਾ ਗਾਹਕ ਹੀ ਨਹੀਂ, ਵਾਈ ਆਰ ਯੂ ਆਸਕਿੰਗ ਦਿਸ ਕਾਈਂਡ ਆਫ ਸਿਲੀ ਕੁਐਸਚਨਸ। ਔਰ ਆਹ ਰੂਪ ਜਿਹੜਾ ਆ, ਜਿਹੋ ਜਿਹਾ ਸਾਡਾ ਸੋਚ ਦਾ ਲੈਵਲ ਆ, ਮਦਰ ਨੇਚਰ ਦੇ ਲਾ ਮੁਤਾਬਕ ਉਹ ਜਿਹਾ এনवायरमेंट ਸਾਨੂੰ ਆਲੇ ਦੁਆਲੇ ਮਿਲੇਗਾ। ਪਰ ਆਪਾਂ ਵੀ ਦੇਖੀਏ ਕਿ ਵਾਕਿਆ 'ਚ ਇਹ ਚੀਜ਼ ਸਾਡੇ ਵਾਸਤੇ ਠੀਕ ਹੈ। ਇਹ ਸਾਡਾ ਆਪਣਾ ਹੋਮਵਰਕ ਆ। ਜੇ ਸਪੋਜ਼ ਕਰੋ ਮੇਰੀ ਐਬਿਲਿਟੀ ਸਿਰਫ ਪੈਦਲ ਤੁਰ ਸਕਣ ਦੀ ਹੈ, ਮੈਂ ਸਾਥ ਵੀ ਪੈਦਲ ਤੁਰਨ ਵਾਲਿਆਂ ਦਾ ਹੀ ਮੰਗਾ, ਉਹਨੂੰ ਹੀ ਲੱਭਾਂ, ਭੱਜਣ ਵਾਲਿਆਂ ਦਾ ਨਹੀਂ। ਜੇ ਮੇਰੀ ਐਬਿਲਿਟੀ ਉੱਡ ਸਕਣ ਦੀ ਹੈ ਤੇ ਫਿਰ ਮੈਂ ਪੈਦਲ ਤੁਰਨ ਵਾਲਿਆਂ ਦੇ ਨਾਲ ਤੁਰਾਂ, ਮੈਂ ਅਸਮਾਨ ਉੱਡਾਂ, ਕਿਉਂਕਿ ਫਿਰ ਵੀ ਮੈਂ ਧੱਕਾ ਕਰ ਰਿਹਾ ਆਪਣੇ ਆਪ ਨਾਲ। ਆਹ ਰੂਪ ਆ। ਬਹੁਤ ਕਮਾਲ ਦੇ ਬਚਨ ਨੇ ਗੁਰੂ ਅੰਗਦ ਸਾਹਿਬ ਦੇ। ਐਕਚੁਅਲੀ ਜਿਹੜਾ ਮੈਡੀਟੇਸ਼ਨ ਹੈ ਨਾ, ਬਹੁਤ ਅਰਲੀ ਏਜ 'ਚ ਬੰਦੇ ਕੋਲ ਆ ਜਾਣਾ ਚਾਹੀਦਾ, ਮੈਂ ਸਮਝਦਾ ਹਾਂ। ਜਦ ਬਚਨ ਪੜ੍ਹੀ ਨਾ ਗੁਰੂ ਮਹਾਰਾਜ ਦੀ ਬਾਣੀ 'ਚ, ਬਾਬਾ ਕਬੀਰ ਜੀ ਦੇ ਬਚਨ, ਉਹ ਕਹਿੰਦੇ ਕਿ ਰੱਬ ਨੂੰ ਜਪਣਾ ਹੀ ਹੈ ਨਾ। ਵੈਸੇ ਤਾਂ ਅਸੀਂ ਰਿਟਾਇਰਮੈਂਟ ਦਾ ਗੋਲ ਰੱਖਿਆ ਹੁੰਦਾ ਵੀ ਵੈਨ ਆਮ ਗੋਨਾ retired that time I will do some religious work or spiritual work. So until that, let's do worldly kind of things and invest your time in achieve something in this world and do some other stuff. But Baba ji is saying no Ram japo ji aise ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਦੀ ਤਰ੍ਹਾਂ, ਪ੍ਰਹਿਲਾਦ ਦੀ ਤਰ੍ਹਾਂ ਉਸ ਸਰਬਲਾਹ ਦੇ ਵਿੱਚ ਆਪਣੇ ਆਪ ਨਾਲ ਰਿਸ਼ਤਾ ਬਣਾਓ, ਅੰਦਰ ਨੂੰ ਲੱਭੋ ਕਿਹੜੀ ਚੀਜ਼ ਤੁਹਾਨੂੰ ਸੈਟਿਸਫੈਕਸ਼ਨ ਦੇਵੇਗੀ। ਸੈਕਿੰਡ ਲੈਵਲ 'ਤੇ ਤੁਹਾਡੀ ਜ਼ਿੰਦਗੀ ਦਾ ਮਕਸਦ ਕਿੱਥੇ ਪੂਰਾ ਹੁੰਦਾ ਆ। ਅੱਖਾਂ ਬੰਦ ਕਰੋ, ਕੀ ਹੋ ਜਾਣਾ ਤੇ ਕੀ ਬਣ ਜਾਣਾ ਤੁਹਾਡੇ ਅੰਦਰ, ਉਹ ਕਿਸ ਕਿਸਮ ਦੀ ਚੀਜ਼ ਹੈ। ਇਨਰ ਰਿਲੇਸ਼ਨਸ਼ਿਪ ਦੀ ਗੱਲ ਹੋ ਰਹੀ ਹੈ ਸਾਰੇ ਦੇ ਸਾਰੇ। ਇਹ ਹੈ ਰੀਅਲਿਸਟਿਕ ਲੈਵਲ 'ਤੇ ਆਪਣੇ ਆਪ ਨੂੰ ਲੈ ਆਉਣਾ। ਗੁਰੂ ਬਾਬਾ ਜੀ ਇਹਦੇ 'ਚ ਬਾਤ ਕਰਦੇ ਨੇ ਕਿ ਭਾਈ ਇਹ ਮਦਰ ਨੇਚਰ ਦੇ ਲਾਅ ਨੂੰ ਸਮਝੋ। ਤੁਰਦੇ ਕੋ ਤੁਰਦਾ ਮਿਲਾ, ਇਹੀ ਸੰਗ ਸੋਭਦਾ ਆ। ਸਜਾਤ ਸੁਮੇਲ ਕਹਿੰਦੇ ਨੇ ਜਿਹਨੂੰ, ਆਹੀ ਬਣਦਾ। ਤੇ ਤੁਸੀਂ ਧੱਕੇ ਨਾਲ ਤੋੜਨਾ ਵੀ ਚਾਹੋਗੇ ਤਾਂ ਅਲਟੀਮੇਟਲੀ ਫਿਰ ਦੁਬਾਰਾ ਬਣ ਜਾਏਗਾ। ਕਿਉਂਕਿ ਜਿਵੇਂ ਕਈ ਵਾਰੀ ਗੱਲਾਂ ਹੁੰਦੀਆਂ ਨੇ, ਕੋਈ ਸਾਈਨ ਸਿੰਪਟਮਸ ਹੁੰਦੇ ਨੇ ਕਿਸੇ ਬਿਮਾਰੀ ਦੇ, ਕਿਸੇ ਚੀਜ਼ ਦੇ, ਤੁਸੀਂ ਉਹਨੂੰ ਟਰੀਟ ਕਰਨ ਦੀ ਬਜਾਏ ਉਹ ਜਿਹੜੇ ਸਾਈਨ ਸਿੰਪਟਮਸ ਨੇ ਉਹਨਾਂ ਨੂੰ ਪ੍ਰੈਸ ਕਰ ਦਿੰਦੇ ਹੋ। ਜੜ ਉੱਥੇ ਰਹਿੰਦੀ ਹੈ। ਸਮਾਂ ਪਾਏ ਕੀ ਹੁੰਦਾ ਕਿ ਉਹ ਸਾਈਨ ਸਿੰਪਟਮਸ ਦੁਬਾਰਾ ਵਾਪਸ ਆ ਜਾਂਦੇ, ਦੁਬਾਰਾ ਫਿਰ ਭਾਈ ਉਸ ਨੂੰ ਪੂਰੀ ਤਰ੍ਹਾਂ ਸਮਝ ਕੇ ਉਸ ਨੂੰ ਜੜ ਤੋਂ ਮਿਟਾਓ। ਜਿਵੇਂ ਸਪੋਜ਼ ਕਰੋ ਵਕਤੀ ਤੌਰ 'ਤੇ ਬੰਦਾ ਥੋੜ੍ਹਾ ਬਹੁਤਾ ਕਹੇ ਕਿ ਨਹੀਂ ਮੈਂ ਤੁਰ ਨਹੀਂ ਸਕਦਾ, ਭੱਜ ਵੀ ਸਕਦਾ ਹਾਂ। ਕਿੰਨੀ ਦੇਰ ਭੱਜੇਗਾ, ਸਾਹ ਚੜ੍ਹ ਜਾਏਗਾ, ਫਿਰ ਤੁਰਦਿਆਂ ਦੇ ਨਾਲ ਹੀ ਆਏਗਾ। ਪਹਿਲਾਂ ਹੀ ਸੋਚ ਕੇ ਰੱਖ, ਆਪਣੀ ਪ੍ਰਵਾਜ਼ ਉਸੇ ਕਿਸਮ ਦੀ ਜੀਵਨ ਦੀ ਭਰ ਜਿਸ ਇੱਥੇ ਵੀ ਹੈ। ਬੜੀ ਡਿਟੇਲਡ ਬਾਤ ਪਿਛਲੇ ਦਿਨਾਂ ਵਿੱਚ ਹੋਈ। ਵੀ ਆਰ ਆਲ ਕੰਟਰੀਬਿਊਟਰ ਆਫ ਆਵਰ ਸਕਿੱਲਸ ਔਰ ਆਫ ਆਵਰ ਐਨਰਜੀਜ਼ ਇਨ ਦਿਸ ਵਰਲਡ। ਜੇ ਆਪਾਂ ਕੰਟਰੀਬਿਊਟ ਹੀ ਕਰ ਰਹੇ ਹਾਂ ਤਾਂ ਕੋਈ ਵੀ ਕੰਟਰੀਬਿਊਸ਼ਨ ਜਿਹੜਾ ਆ ਉਸ ਨੂੰ ਅਸੀਂ ਡੀਗ੍ਰੇਡ ਨਹੀਂ ਕਰ ਸਕਦੇ, ਉਸ ਨੂੰ ਅਸੀਂ ਡਿਵੈਲੂਏਟ ਨਹੀਂ ਕਰ ਸਕਦੇ, ਉਸ ਨੂੰ ਅਸੀਂ ਛੁਟਿਆ ਨਹੀਂ ਸਕਦੇ। ਮਦਰ ਨੇਚਰ ਦੇ ਲਾਅ ਦੇ ਵਿੱਚ ਹਰ ਇੱਕ ਕੰਟਰੀਬਿਊਸ਼ਨ ਜਿਹੜਾ ਆ ਉਹ ਇੱਕ ਪੂਰੇ ਸਾਈਕਲ ਈਕੋਸਿਸਟਮ ਦੇ ਵਿੱਚ ਪੂਰਾ ਰੋਲ ਪਲੇ ਕਰਦਾ ਆ। ਧਰਤੀ ਦੇ ਉੱਤੇ ਵੀ ਹਰ ਮਨੁੱਖ ਦਾ ਆਪਣਾ ਰੋਲ ਹੈ। ਜਿਹੋ ਜਿਹਦੇ ਕੋਲ ਸਮਰੱਥਾ, ਉਸ ਸਮਰੱਥਾ ਦੇ ਮੁਤਾਬਕ ਉਹ ਆਪਣਾ ਯੋਗਦਾਨ ਪਾਏ। ਗੁਰੂ ਬਾਬਾ ਜੀ ਕਹਿੰਦੇ ਇਸ ਅਹਿਸਾਸ ਵਿੱਚ ਰਹੋ, ਜਿਹੋ ਜਿਹਾ ਮਦਰ ਨੇਚਰ ਦਾ ਲਾਅ ਆ ਤੇਰੇ ਵਾਸਤੇ, ਜੋ ਹੁਕਮ ਹੈ ਉਹਦੀ ਪਹਿਚਾਨ ਕਰ, ਉਹਦੇ ਵਿੱਚ ਢਲ ਜਾ। ਤੁਰਦੇ ਕੋ ਤੁਰਦਾ ਮਿਲੇ, ਬਚਨ ਆਇਆ ਉੜਤੇ ਕੋ ਉੜਤਾ। ਇਸ ਲਾਅ ਨੂੰ ਸਮਝ। ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਜਿਉਂਦਿਆਂ ਨੂੰ ਜਿਉਂਦੇ ਮਿਲਦੇ ਨੇ, ਮੋਇਆਂ ਨੂੰ ਮੋਏ ਮਿਲਦੇ ਨੇ। ਹੁਣ ਇਹ ਫਿਰ ਇੱਕ ਬੜੀ
ਦਾਰਸ਼ਨਿਕ ਪਰਿਪੇਖ 'ਚ ਗੱਲ ਹੈ, ਪਰ ਗੱਲ ਦੇ ਮਾਇਨੇ ਕੀ ਨੇ? ਜੇ ਬੰਦਾ ਜ਼ਮੀਰ ਪ੍ਰਸਤ ਆ, ਜ਼ਮੀਰ ਫਰੋਸ਼ਾਂ ਦੀ ਸੰਗਤ 'ਚ ਨਹੀਂ ਜਾ ਸਕੇਗਾ। ਜਿਹੜੇ ਲੋਕ ਜ਼ਮੀਰ ਫਰੋਸ਼ ਨਹੀਂ, ਉਹ ਲੋਕ ਜ਼ਮੀਰ ਪ੍ਰਸਤਾਂ ਦੇ ਨਾਲ ਨਹੀਂ ਬੈਠ ਸਕਣਗੇ। ਕਿਉਂਕਿ ਜੇ ਉਹਦੇ 'ਚ ਜਿਵੇਂ ਆਪਾਂ ਸਲੋਕ ਦਾ ਬਚਨ ਵਿਚਾਰ ਰਹੇ ਸੀ ਵੀ ਮੈਂ ਜਾਣਿਆ ਵੱਡਾ ਹੰਸ ਤਾਂ ਮੈਂ ਕੀਆ ਸੰਗ, ਮਹਾਰਾਜ ਬਿਆਨ ਕਰਦੇ ਕਿ ਬੱਗਾਂ ਦੇਖ ਤਰੰਦਿਆਂ ਹੰਸਾਂ ਪੀ ਆਇਆ ਚਾਓ। ਅਬ ਹੰਸਾਂ ਦੇਖ ਤਰੰਦਿਆਂ ਬੱਗਾਂ ਪੀ ਆਇਆ ਚਾਓ। ਹੰਸਾਂ ਨੂੰ ਤਰਦਿਆਂ ਨੂੰ ਦੇਖ ਕੇ ਬਗਲੇ ਨੂੰ ਵੀ ਚਾਅ ਆ ਗਿਆ, ਮੈਂ ਵੀ ਤਰ ਲਵਾਂਗਾ। ਡੁੱਬ ਮੂਏ ਬਗ ਬਪੂੜੇ ਸਿਰ ਤਲ ਉੱਪਰ ਪਾਉ। ਕਿਆ ਹੰਸ ਤੇ ਤਰ ਸਕਦੇ ਮਾਨਸਰੋਵਰ ਦੇ ਉੱਤੇ, ਪਰ ਬਗਲਾ ਨਹੀਂ। ਜਿਵੇਂ ਬਗਲੇ ਨੇ ਹੰਸ ਦੀ ਰੀਸ ਕਰਨ ਦੀ ਟਰਾਈ ਕੀਤੀ ਤੇ ਹੋਇਆ ਕੀ? ਕਿਉਂਕਿ ਹੰਸ ਤੇ ਹੈ ਨਹੀਂ ਸੀਗਾ ਬਗਲਾ, ਉਹ ਡੁੱਬ ਗਿਆ, ਡੁੱਬ ਕੇ ਮਰ ਗਿਆ। ਸਿਰ ਤਲ ਉੱਪਰ ਪਾਉ। ਜਦੋਂ ਪੰਛੀ ਖਾਸ ਕਰਕੇ ਡੁੱਬ ਜਾਂਦਾ ਤੇ ਉਹ ਆਮ ਕਰਕੇ ਕੀ ਹੁੰਦਾ ਕਿ ਪੁੱਠਾ ਹੋ ਜਾਂਦਾ, ਉਹਦਾ ਪੈਰ ਉੱਪਰ ਹੋ ਜਾਂਦੇ ਨੇ ਤੇ ਉਹ ਸਿਰ ਥੱਲੇ ਤੁਰ ਜਾਂਦਾ ਉਹਦਾ ਸਰੂਪ ਦੇ ਵਿੱਚ। ਹੁਣ ਇਹ ਜਿਹੜੀ ਬਾਤ ਕੀਤੀ ਗਈ ਹੈ, ਭਾਈ ਹੰਸ ਹੋਣਾ ਹੈ ਤੇ ਅੰਦਰੋਂ ਹੋਵੋ, ਬਾਹਰੋਂ ਵਿਖਾਵਾ ਨਹੀਂ। ਜੇ ਵਿਖਾਵਾ ਕਰੋਗੇ ਤੇ ਮਰ ਜਾਓਗੇ, ਇਹ ਪੱਕੀ ਗੱਲ ਹੈ। ਜਿਹੜਾ ਬਚਨ ਆਇਆ ਹੈ ਆਤਮਿਕ ਤੌਰ ਤੇ, ਵਿਖਾਵਾ ਕੁਝ ਹੋਰ ਹੋਏ ਬਹਿਰੂਨੀ ਤੌਰ ਤੇ, ਆਤਮਿਕ ਤੌਰ ਤੇ ਬੰਦਾ ਉੱਥੇ ਹੋਏ ਨਾ, ਤੇ ਅਲਟੀਮੇਟਲੀ ਜਿਹੋ ਜਿਹੇ ਆਪ ਹੋ। ਕਿਉਂਕਿ ਜੇ ਮੈਂ ਹਿਪੋਕਰੇਟ ਆ ਤੇ ਮੇਰਾ ਸੰਗ ਵੀ ਹਿਪੋਕਰੇਟਸ ਨਾਲ ਹੀ ਹੋਏਗਾ। ਜੇ ਕਿਤੇ ਕੁਦਰਤੀ ਤੌਰ ਤੇ ਕਿਸੇ ਨੂੰ ਮਾਲਕ ਨੇ ਤੋਫੀਕੀਅਤ ਦਿੱਤੀ ਹੈ ਤੇ ਕੋਈ ਵਾਕਿਆ 'ਚ ਹੀ ਕੁਛ ਡਿਵੋਸ਼ਨਲ ਐਕਸਰਸਾਈਜ਼ ਉਸ ਲੈਵਲ ਤੇ ਆ ਗਿਆ, ਸੰਗ ਵੀ ਉਹੋ ਜਿਹਾ ਹੀ ਹੋਏਗਾ। ਇਸ ਕਰਕੇ ਬਾਬਾ ਜੀ ਨੇ ਬਾਤ ਕੀਤੀ, ਉਹ ਬੰਦੇ ਜੀਵਤੇ ਕੋ ਜੀਵਤਾ ਮਿਲੇ, ਮੁਏ ਕੋ ਮੁਆ, ਨਾਨਕ ਸੋ ਸਾਲਾ ਹੀ ਹੈ ਜਿਨ ਕਾਰਨ ਕੀਆ। ਹੈ ਨਾਨਕ, ਮਤਲਬ ਇਹਦੇ ਬਾਬਤ ਬੜੀ ਡਿਟੇਲਡ ਬਾਤ ਹੋ ਸਕਦੀ, ਪਰ ਅੱਜ ਵਾਈਂਡ ਅਪ ਕਰ ਦੇਣਾ ਵਾ। ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਬੋਟੈਨਿਕ ਸਾਇੰਸ ਦੇ ਬਾਬਤ ਇੱਕ ਬੜੇ ਯੂਰਪੀਅਨ ਸਕਾਲਰ ਨੇ ਕਈ ਵਾਰੀ ਬਾਤਾਂ ਲਿਖੀਆਂ, ਮੁੜ ਕੇ ਕਈਆਂ ਨੇ ਕੋਟ ਕੀਤੀਆਂ ਉਸ ਨੂੰ। ਉਹ ਕਹਿੰਦੇ ਕਦੀ ਤੁਸੀਂ ਫੁੱਲਾਂ ਦੀ ਦੁਨੀਆ ਵਿੱਚ ਦੇਖੋ, ਬੂਟਿਆਂ ਦੀ ਦੁਨੀਆ ਵਿੱਚ ਦੇਖੋ, ਕੀ ਹੋਏਗਾ ਕਿ ਜੇ ਗੁਲਾਬ ਦਾ ਫੁੱਲ ਆ ਤੇ ਉਹਦੇ ਨਾਲ ਇੱਕ ਗੈਂਦੇ ਦਾ ਫੁੱਲ ਉੱਗਿਆ ਆ। ਗੈਂਦੇ ਦਾ ਫੁੱਲ ਗੁਲਾਬ ਦੇ ਫੁੱਲ ਤੋਂ ਈਰਖਾ ਕਰਕੇ ਆਪਣੇ ਆਪ ਨੂੰ ਇਨਫੀਰੀਅਰ ਫੀਲ ਨਹੀਂ ਕਰਦਾ ਵੀ ਉਹ ਹੋ ਮੇਰਾ ਤੇ ਪੀਲਾ ਰੰਗ ਹੈ, ਮੇਰਾ ਤੇ ਇਸ ਤਰੀਕੇ ਨਾਲ ਹੈ ਨਾ। ਗੁਲਾਬ ਦਾ ਫੁੱਲ ਗੈਂਦੇ ਦੇ ਫੁੱਲ ਨੂੰ ਵੇਖ ਕੇ ਆਪਣੇ ਆਪ ਨੂੰ ਬਹੁਤਾ ਸੁਪੀਰੀਅਰ ਫੀਲ ਕਰਦਾ ਕਿ ਉਹ ਆਈ ਐਮ ਵੈਰੀ ਰੈਡਿਸ਼, ਆਈ ਐਮ ਵੈਰੀ ਐਕਚੁਅਲੀ ਕਾਈਂਡ ਆਫ ਮੋਰ ਕੋਜ਼ੀ ਐਂਡ ਮੋਰ ਸੌਫਟ। ਨੋ, ਉਹਦੀ ਆਪਣੀ ਗਲੋਰੀ, ਉਹਦੀ ਆਪਣੀ ਗਲੋਰੀ ਹੈ। ਉਹ ਦੋਨੋਂ ਆਪਣੀ ਗਲੋਰੀ ਨੂੰ ਮਾਣ ਰਹੇ ਨੇ। ਮਨੁੱਖਾਂ ਦੀ ਦੁਨੀਆ 'ਚ ਐਵੇਂ ਨਹੀਂ ਹੈਗਾ। ਮਨੁੱਖਾਂ ਦੁਨੀਆ ਦੇ ਵਿੱਚ ਬੰਦਾ ਅਜੀਬ ਤਰ੍ਹਾਂ ਦੇ ਕੰਪੈਰੀਜ਼ਨ 'ਚ ਪਿਆ ਆ। ਓਹੋ ਇਹਦੇ ਕੋਲ ਆ ਜ਼ਿਆਦਾ, ਨਹੀਂ ਮੈਂ ਜੇ ਇਹ ਹੁੰਦਾ ਫਿਰ ਠੀਕ ਹੋਣਾ ਸੀਗਾ। ਆਈ ਵਿਸ਼ ਆਈ ਵਰ ਹਿਮ। ਦੂਜਾ ਕਹਿ ਰਿਹਾ ਨੋ ਨੋ ਨੋ, ਆਈ ਵਿਸ਼ ਆਈ ਵਾਜ਼ ਲਾਈਕ ਯੂ। ਹੁਣ ਇਹ ਜਿਹੜੀ ਪ੍ਰਵਿਰਤੀ ਹੈ, ਬਾਬਾ ਜੀ ਕਹਿੰਦੇ ਇਹ ਕਰਤੇ ਦੀ ਬਣਾਈ ਹੋਈ ਕਿਰਤ ਦੀ ਅਸੀਂ ਤੋਹੀਨ ਕਰ ਰਹੇ ਹਾਂ। ਹਰ ਇੱਕ ਚੀਜ਼ ਆਪਣੀ ਜਗ੍ਹਾ ਤੇ ਯੂਨੀਕ ਹੈ, ਉਹਨੂੰ ਉਸੇ ਰੰਗ 'ਚ ਹੀ ਮਾਣਿਆ ਜਾਏ, ਉਸੇ ਰੰਗ ਨੂੰ ਹੀ ਜਿਹੜਾ ਜੀ ਆਇਆ ਕਿਹਾ ਜਾਏ। ਇੱਥੇ ਬਾਬਾ ਜੀ ਨੇ ਬਾਤ ਕੀਤੀ, ਨਾਨਕ ਸੋ ਸਾਲਾਹੀ ਹੈ ਜਿਨ ਕਾਰਨ ਕੀਆ, ਉਹਦੀ ਸਲੋਤਾ ਕਰ ਜਿਹਨੇ ਸਾਰੇ ਨੂੰ ਆਪਣੇ ਹੁਕਮ ਦੇ ਕਾਰਨ ਵਿੱਚ ਇਜ਼ਹਾਰੀਅਤ ਵਿੱਚ ਲਿਆਂਦਾ ਆ। ਅਗੇਨ ਇਹ ਰਜ਼ਾ ਵਿੱਚ ਰਾਜ਼ੀ ਰਹਿਣ ਦਾ ਸੰਕਲਪ ਹੈ। ਇੱਕ ਡਿਫਰੈਂਟ ਲੈਵਲ ਤੇ ਗੁਰੂ ਬਾਬਾ ਜੀ ਸਮਝਾ ਰਹੇ ਨੇ। ਅੰਦਰ ਨੂੰ ਸਮਝ, ਉਹਦੇ ਮੁਤਾਬਕ ਜੀਵਨ ਯਾਪਨ, ਸੰਗ ਸਾਥ ਇਹਦਾ ਫੈਸਲਾ ਲੈ। ਜੀਵਨ ਦਾ ਹਰ ਰੰਗ ਮਾਨਣ ਦੇ ਯੋਗ ਹੈ ਤੇ ਰੱਬ ਹਰ ਰੰਗ 'ਚ ਮੌਜੂਦ ਹੈ। ਅਸੀਂ ਸ਼ਬਦ ਪੜ੍ਹਦੇ ਨਾ, ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ। ਤੇ ਮੁੱਕਦੀ ਗੱਲ ਇੱਥੇ ਹੈ ਆ ਕੇ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। What a great message we have in Guru Granth Sahib Maharaj. If we can understand it, perceive it, process it, or follow it, we are going to be really good human being, and in a way we can claim that we are the Sikh of our Guru. ਅੱਗੇ ਪੌੜੀ ਹੈ ਜਿਹਦੀ ਵਿਵੇਚਨਾ ਹੁੰਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਸਮਾਂ, ਕਿਉਂਕਿ ਸਮੇਂ ਨੇ ਆਪਣਾ ਸਫ਼ਰ ਮੁਕਾ ਦਿੱਤਾ ਹੈ। ਕਿਰਸਾਨੀ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਹੋਏ, ਚੜ੍ਹਦੀ ਕਲਾ ਹੋਏ, ਇਹੀ ਅਰਦਾਸ ਹੈ। ਢਾਡੀ ਵੀਰ ਆ ਗਏ ਨੇ, ਅਗਲੀ ਹਾਜ਼ਰੀ ਉਹ ਭਰਨਗੇ। ਮੈਨੂੰ ਇਜਾਜ਼ਤ ਦੇਣੀ, ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।